ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹੜੀ ਗੱਲ ਨੂੰ ਲੈ ਕੇ ਫਿਕਰ ਹੈ, ਇਹ ਉਹਨਾਂ ਵੱਲੋਂ ਦੱਸਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸ਼ਿੰਗਟਨ ਦੇ ਵਿੱਚ ਸਨ, ਜਿੱਥੇ ਉਹਨਾਂ ਵੱਲੋਂ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ। ਇਹ ਮੀਟਿੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਵਿਚਕਾਰ ਹੋਈ। ਇਸ ਮੀਟਿੰਗ ਤੋਂ ਬਾਅਦ ਵੀ ਟਰੂਡੋ ਦੀ ਕੈਨੇਡੀਅਨ ਆਟੋ ਸੈਕਟਰ ਦੇ ਲਈ ਫਿਕਰਮੰਦੀ ਬਰਕਰਾਰ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਯੂਐਸ ਸਰਕਾਰ ਵੱਲੋਂ ਜੋ ਨਵਾਂ 1.9 ਟ੍ਰਿਲੀਅਨ ਦੀ ਯੋਜਨਾ ਲਿਆਂਦੀ ਗਈ, ਉਸ ਦੇ ਹਿੱਸੇ ਨੂੰ ਤਿਆਗਣ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕੈਨੇਡੀਅਨ ਆਟੋ ਇੰਡਸਟਰੀ ਤਬਾਹ ਹੋ ਸਕਦੀ ਹੈ। ਇੱਕ ਨਿਊਜ਼ ਕਾਨਫਰੰਸ ਦੌਰਾਨ ਬੋਲਦਿਆਂ ਟਰੂਡੋ ਨੇ ਕਿਹਾ ਕਿ ਅਸੀਂ ਫਿਕਰਮੰਦ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਵਹੀਕਲ ਦੀ ਪ੍ਰੋਡਕਸ਼ਨ ਵਿੱਚ ਦਿੱਕਤ ਆਵੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਅੱਗੇ ਆਪਣਾ ਪੱਖ ਰੱਖਿਆ ਗਿਆ। ਇਸ ਦੌਰਾਨ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We've been highlighting our concern around the proposed electric vehicle credit for electric vehicles uniquely made in the United States and the impact it would have on Canadian jobs, on the Canadian auto industry at a time where we are investing significantly in the kinds of zero-emission vehicles that the world is going to need in the coming years. I highlighted over the course of these past 2 days in many different conversations Canada's real concerns about the impact it would have not just on the industry in Canada but on the integrated industry and workers on both sides of the border, and we're going to continue to do the work necessary to not just highlight our position but find solutions. ਕੋਕੋਹਲਾ ਹਾਈਵੇ ਉੱਪਰ ਜੋ ਨੁਕਸਾਨ ਹੋਇਆ, ਉਸ ਨੂੰ ਠੀਕ ਕਰਨ ਵਾਸਤੇ ਕਈ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਸੂਬੇ ਵੱਲੋਂ ਇਸ ਬਾਰੇ ਪੁਸ਼ਟੀ ਕੀਤੀ ਗਈ ਹੈ ਕਿ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਨੂੰ ਕਨੈਕਟ ਕਰਨ ਵਾਲਾ ਹਾਈਵੇ ਜੋ ਡੈਮੇਜ ਹੋਇਆ, ਉਸ ਨੂੰ ਠੀਕ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਲੱਗੇਗਾ। ਇੱਥੇ ਜੋ ਕੁਝ ਦਿਨ ਭਾਰੀ ਬਰਸਾਤ ਹੋਈ, ਉਸ ਤੋਂ ਬਾਅਦ ਹਾਈਵੇ ਵੀ ਕਾਫੀ ਜ਼ਿਆਦਾ ਨੁਕਸਾਨਿਆ ਗਿਆ। ਇਸ ਹਾਈਵੇ ਦੇ ਨਾਲ ਹਾਈਵੇ 3, 8, 11 ਤੇ 99 ਨੂੰ ਵੀ ਬੰਦ ਰੱਖਿਆ ਜਾ ਰਿਹਾ ਕਿਉਂਕਿ ਇਹਨਾਂ ਥਾਵਾਂ ਉੱਪਰ ਵੀ ਰੌਕ ਸਲਾਈਡਸ ਹੋਏ। ਇਸ ਬਾਰੇ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਨ੍ਹਾਂ ਵੱਲੋਂ 5 ਖੇਤਰਾਂ ਵਾਸਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਜਾਣਕਾਰੀ ਮੁਤਾਬਕ ਸਭ ਤੋਂ ਵੱਧ ਨੁਕਸਾਨ ਹਾਈਵੇ 8 ਉੱਪਰ ਹੋਇਆ, ਜਿੱਥੇ ਅਜੇ ਵੀ ਕ੍ਰੂਜ਼ ਵੱਲੋਂ ਆਪਣਾ ਆਪਰੇਸ਼ਨ ਚਲਾਇਆ ਜਾ ਰਿਹਾ। ਹਾਈਵੇ 7 ਨੂੰ ਹੋਪ ਵਾਸਤੇ ਅਸੈਂਸ਼ੀਅਲ ਟਰੈਵਲ ਲਈ ਖੋਲ੍ਹ ਦਿੱਤਾ ਗਿਆ। ਇੱਥੇ ਕੁਝ ਦਿਨਾਂ ਲਈ ਸਿੰਗਲ ਲੇਨ ਟ੍ਰੈਫਿਕ ਰਹੇਗੀ। ਇਸ ਦੇ ਨਾਲ ਹੀ ਹਾਈਵੇ 3 ਨੂੰ ਦੁਬਾਰਾ ਖੋਲ੍ਹਣ ਲਈ ਕ੍ਰੂਜ਼ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਟਰਾਂਸਪੋਰਟੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਈਵੇ 3 ਨੂੰ ਐਮਰਜੈਂਸੀ ਤੇ ਅਸੈਂਸ਼ੀਅਲ ਟਰੈਵਲ ਲਈ ਇਸ ਹਫ਼ਤੇ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਾਈਵੇ 1 ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਦੱਸੀ ਗਈ। ਇਸ ਦੇ ਨਾਲ ਹੀ ਪਬਲਿਕ ਸੇਫਟੀ ਮਿਨਿਸਟਰ ਮਾਈਕ ਵੱਲੋਂ ਇੱਕ ਅਪੀਲ ਕੀਤੀ ਗਈ, ਜਿੱਥੇ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸੰਯਮ ਬਣਾਉਣ ਲਈ ਕਿਹਾ ਗਿਆ। ਦਰਅਸਲ ਕਈ ਲੋਕ ਇਸ ਸਮੇਂ ਗ੍ਰੋਸਰੀ ਸਟੋਰ ਤੋਂ ਇੱਕੋ ਵਾਰ ਵਿੱਚ ਖਰੀਦਦਾਰੀ ਕਰ ਰਹੇ ਹਨ, ਜਿਸ ਬਾਰੇ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਜਿਹਾ ਨਾ ਕੀਤਾ ਜਾਵੇ ਤੇ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਾਸੀ ਪੈਨਿਕ ਨਾ ਹੋਣ। ਇਸ ਤੋਂ ਇਲਾਵਾ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਵਾਲੇ ਸਮੇਂ ਦੌਰਾਨ ਟਰੈਵਲ ਰਿਸਟ੍ਰਿਕਸ਼ਨ ਲਗਾਈਆਂ ਜਾਣ। ਇੱਥੇ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਫਿਲਹਾਲ ਸਰਕਾਰ ਵੱਲੋਂ ਮੌਜੂਦਾ ਸਥਿਤੀ ਉੱਪਰ ਨਜ਼ਰ ਬਣਾਈ ਹੋਈ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਬਾਕੀ ਦਾ ਫੈਸਲਾ ਲਿਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਡੈਂਟਿਸਟ ਵੱਲੋਂ ਟੀਨੇਜਰ ਨੂੰ ਪਰਮਾਨੈਂਟ ਬ੍ਰੇਨ ਇੰਜਰੀ ਦਿੱਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਨੂੰ ਸਿਡੇਟ ਕਰਨ ਦੇ ਲਈ ਉਸ ਨੂੰ ਬੈਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੈਮਲੂਪਸ ਦੇ ਇੱਕ ਡੈਂਟਿਸਟ ਵੱਲੋਂ ਕੁਝ ਅਜਿਹਾ ਕੀਤਾ ਗਿਆ, ਜਿਸ ਕਾਰਨ 18 ਸਾਲਾ ਲੜਕੀ ਨੂੰ ਬ੍ਰੇਨ ਇੰਜਰੀ ਆ ਗਈ। ਜਾਣਕਾਰੀ ਮੁਤਾਬਕ ਇਹ ਘਟਨਾ 2012 ਦੀ ਹੈ, ਜਿੱਥੇ ਡਾਕਟਰ ਬੌਬੀ ਰਿਸ਼ੀਰਾਜ ਨਾਮ ਦੇ ਡੈਂਟਿਸਟ ਵੱਲੋਂ ਇੱਕ ਮਰੀਜ਼ ਦੀ ਅਕਲ ਦਾੜ ਹਟਾਈ ਜਾ ਰਹੀ ਸੀ, ਜਿਸ ਦੌਰਾਨ ਟੀਨੇਜਰ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੂੰ ਇੱਕ ਸੀਰੀਅਸ ਬ੍ਰੇਨ ਇੰਜਰੀ ਆ ਗਈ। ਡਾਕਟਰ ਰਿਸ਼ੀਰਾਜ ਵੱਲੋਂ ਕੈਮਲੂਪਸ ਓਰਲ ਸਰਜਰੀ ਡੈਂਟਲ ਕਲੀਨਿਕ ਚਲਾਇਆ ਜਾਂਦਾ ਹੈ। ਇਸ ਬਾਰੇ CDSBC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਡਾਕਟਰ ਉੱਪਰ ਇਲਜ਼ਾਮ ਲੱਗੇ ਸਨ, ਉਨ੍ਹਾਂ ਦੀ ਪੜਤਾਲ ਕੀਤੀ ਗਈ। ਇਸ ਜਾਂਚ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਡਾਕਟਰ ਵੱਲੋਂ ਆਪਣੇ ਮਰੀਜ਼ਾਂ ਨੂੰ ਟ੍ਰੀਟ ਕਰਨ ਲਈ ਘੱਟ ਸਮਾਂ ਦਿੱਤਾ ਜਾਂਦਾ ਸੀ ਤਾਂ ਕਿ ਉਹ ਆਪਣੀ ਪ੍ਰੈਕਟਿਸ ਦੀ ਐਫੀਸ਼ੀਐਂਸੀ ਵਧਾ ਸਕੇ। ਪਰ ਜਦੋਂ ਉਸ ਵੱਲੋਂ ਵਿਜ਼ਡਮ ਟੁੱਥ ਰਿਮੂਵ ਕਰਦਿਆਂ ਇੱਕ ਟੀਨੇਜਰ ਲੜਕੀ ਨਾਲ ਅਜਿਹਾ ਕੀਤਾ ਗਿਆ ਤਾਂ ਫਿਰ ਉਸ ਨੂੰ ਕਾਰਡੀਅਕ ਅਰੈਸਟ ਆਇਆ। ਇਸ ਤੋਂ ਬਾਅਦ ਹੁਣ ਡਾਕਟਰ ਦੇ ਉੱਪਰ ਕਾਰਵਾਈ ਕੀਤੀ ਗਈ, ਜਿੱਥੇ ਉਸ ਨੂੰ 3 ਮਹੀਨਿਆਂ ਲਈ ਪ੍ਰੈਕਟਿਸ ਤੋਂ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਉਸ ਨੂੰ $50,000 ਦਾ ਜੁਰਮਾਨਾ ਵੀ ਭਰਨਾ ਹੋਵੇਗਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਡਾਕਟਰ ਉੱਪਰ ਜੋ ਜਾਂਚ ਕੀਤੀ ਗਈ ਉਸ ਵਿੱਚ ਸਿਡੇਸ਼ਨ ਨਾਲ ਜੁੜੀਆਂ ਹੋਈਆਂ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇਸ ਡਾਕਟਰ ਕੋਲ ਅਸਲ ਸਿਡੇਸ਼ਨ ਦਾ ਰਿਕਾਰਡ ਵੀ ਨਹੀਂ ਹੈ, ਜਿਸ ਤੋਂ ਬਾਅਦ ਹੁਣ ਡਾਕਟਰ ਦੇ ਉੱਪਰ ਕਾਰਵਾਈ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਉਹ ਆਪਣੀ ਡੈਂਟਲ ਫੈਸਿਲਿਟੀ ਵਿੱਚ ਸਿਡੇਸ਼ਨ ਨਹੀਂ ਦੇ ਸਕਣਗੇ। ਮੈਨੀਟੋਬਾ ਵੱਲੋਂ ਆਪਣੇ ਤਾਜ਼ਾ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 428 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਸ ਪੀਐਨਪੀ ਡਰਾਅ ਦਾ ਐਲਾਨ 18 ਨਵੰਬਰ ਨੂੰ ਕੀਤਾ ਗਿਆ। ਇਸ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ 426 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਕੈਟੇਗਰੀ ਵਿੱਚ 376 ਇਨਵੀਟੇਸ਼ਨ ਜਾਰੀ ਕੀਤੇ ਗਏ, ਜਿਨ੍ਹਾਂ ਵਾਸਤੇ ਘੱਟੋ-ਘੱਟ 464 ਸਕੋਰਸ ਦੀ ਜ਼ਰੂਰਤ ਸੀ। ਇਸ ਤੋਂ ਬਾਅਦ ਸਕਿਲਡ ਵਰਕਰਸ ਓਵਰਸੀਜ਼ ਦੇ ਵਿੱਚ 22 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਘੱਟੋ-ਘੱਟ 726 ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 30 ਇਨਵੀਟੇਸ਼ਨ ਜਾਰੀ ਕੀਤੇ ਗਏ। ਜੋ ਮੈਨੀਟੋਬਾ ਵੱਲੋਂ ਇਨਵੀਟੇਸ਼ਨ ਦਿੱਤੇ ਗਏ ਨੇ, ਇਹਨਾਂ ਵਿੱਚ 68 ਉਮੀਦਵਾਰ ਐਕਸਪ੍ਰੈਸ ਐਂਟਰੀ ਸਿਸਟਮ ਤੋਂ ਸਨ। ਜ਼ਿਕਰਯੋਗ ਹੈ ਕਿ ਮੈਨੀਟੋਬਾ ਵੱਲੋਂ ਇਸ ਸਾਲ ਦੌਰਾਨ ਕਈ ਡਰਾਅ ਕੱਢੇ ਜਾ ਚੁੱਕੇ ਨੇ। ਹੁਣ ਤੱਕ ਜਿਹੜੇ ਡਰਾਅ ਦਾ ਐਲਾਨ ਕੀਤਾ ਗਿਆ ਉਸ ਦੇ ਤਹਿਤ ਸੂਬੇ ਵੱਲੋਂ 9,999 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਕੈਨੇਡਾ ਦੇ ਬਾਕੀ ਸੂਬਿਆਂ ਵਾਂਗ ਮੈਨੀਟੋਬਾ ਵੱਲੋਂ ਵੀ ਲਗਾਤਾਰ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ, ਜਿਸ ਵਿੱਚ ਲਗਾਤਾਰ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਨੇ।